ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਜੀ ਆਇਆਂ ਨੂੰ। ਕਲਿਆਣ ਐਜੂਕੇਸ਼ਨ ਵਿੱਚ ਅਸੀਂ ਅੱਜ ਇੱਕ ਨਵੇਂ ਤਰੀਕੇ ਦਾ ਪਾਠ ਲੈ ਕੇ ਆਏ ਹੈਗੇ। ਛੋਟੀ ਜਿਹੀ ਕਹਾਣੀ ਹੈ। ਇਹ ਕਹਾਣੀ ਜਿਹੜੀ ਹੈਗੀ ਹੈ, ਇਹ ਸਮਝੋ ਕਿ ਜਿਹੜੇ ਛੋਟੇ ਬੱਚੇ ਨੇ 2 ਸਾਲ ਦਾ 3 ਸਾਲ ਦੇ ਬੱਚੇ ਨੇ, ਉਹਨਾਂ ਨੂੰ ਸਿਖਾਈ ਜਾਂਦੀ ਹੈਗੀ ਹੈ। ਅਸੀਂ ਵੀ ਘਰ ਸਾਖੀਆਂ ਸੁਣਾਉਂਦੇ ਹਾਂ, ਗੁਰੂ ਮਹਾਰਾਜ ਦੀਆਂ ਔਰ ਸਿੱਖ ਇਤਿਹਾਸ ਦੀਆਂ। ਉਸੇ ਤਰੀਕੇ ਅਸੀਂ ਕਹਾਣੀਆਂ ਵੀ ਸੁਣਾਉਂਦੇ ਹੈਗੇ ਆ, ਕਾਂ ਦੀ, ਚਿੜੀ ਦੀ। ਉਸੇ ਤਰੀਕੇ ਇਹ ਵੀ ਕਹਾਣੀ ਜਿਹੜੀ ਹੈ ਫ੍ਰੈਂਚ ਲੋਕ ਆਪਣੇ ਬੱਚਿਆਂ ਨੂੰ ਸੁਣਾਉਂਦੇ ਨੇ, ਸਿਖਾਉਂਦੇ ਨੇ। ਹਰ ਕਹਾਣੀ ਜਿਹੜੀ ਅਸੀਂ ਬੱਚਿਆਂ ਨੂੰ ਸੁਣਾਉਂਦੇ ਹਾਂ, ਹਰ ਮੁਲਕ ਵਿੱਚ ਆਪਣੇ ਆਪਣੇ ਜੋ ਸਾਡੇ ਹਾਲਾਤ ਨੇ, ਟ੍ਰੈਡੀਸ਼ਨ ਨੇ, ਕਲਚਰ ਹੈ, ਉਸ ਚੀਜ਼ ਨੂੰ ਔਰ ਜੋ ਮਾਹੌਲ ਹੈ, ਜੋ ਸਾਨੂੰ ਨਜ਼ਰ ਆਉਂਦਾ ਹੈ, ਉਸ ਚੀਜ਼ ਨੂੰ ਉਹਦੇ 'ਚ ਥੋੜਾ ਥੋੜਾ ਦਾ ਝਲਕ ਮਿਲਦੀ ਹੈ ਸਾਨੂੰ। ਇਸੇ ਤਰੀਕੇ ਇਸ ਕਹਾਣੀ 'ਚ ਵੀ ਮਿਲੇਗੀ। ਮੈਂ ਜਿੰਨਾ ਹੋ ਸਕੇਗਾ ਆਪਣੀ ਤਰਫ ਤੋਂ ਇਨਪੁਟਸ ਜੋ ਹੈਗੇ ਨੇ, ਜੋ ਉਹਦੇ ਬਾਰੇ ਜਾਣਕਾਰੀ ਦੇ ਸਕਾਂਗਾ, ਉਹ ਮੈਂ ਜ਼ਰੂਰ ਦੇਵਾਂਗਾ ਤੁਹਾਨੂੰ। ਕਿ ਇਸ ਤਰੀਕੇ ਅਗਰ ਕਹਾਣੀ ਹੈ ਤਾਂ ਉਹ ਕਿਉਂ ਹੈ, ਉਹ ਵੀ ਸਮਝ ਆਉਣੀ ਚਾਹੀਦੀ ਹੈ। ਅਸੀਂ ਅਗਰ ਕਾਂ ਦੀ ਤੇ ਚਿੜੀ ਦੀ ਤੇ ਚੀਂ ਚੀਂ ਮੇਰਾ ਬੂੰਡਾ ਪਾਟਾ, ਅਸੀਂ ਅਗਰ ਉਹ ਕਹਾਣੀ ਬੱਚਿਆਂ ਨੂੰ ਸਿਖਾਈ ਹੈ ਤੇ ਉਹਦਾ ਕੋਈ ਕਾਰਨ ਹੋਏਗਾ। ਇਹ ਵੀ ਅਗਰ ਸਿਖਾਈ ਜਾ ਰਹੀ ਹੈ ਤਾਂ ਉਹਦਾ ਕੋਈ ਕਾਰਨ ਹੈ। ਕਿ ਸਿਖਾ ਰਹੇ ਹਾਂ, ਹਰ ਕਹਾਣੀ ਪਿੱਛੇ ਕੁਛ ਨਾ ਕੁਛ ਨਾਲ ਬੱਚਿਆਂ ਨੂੰ ਸਿਖਾਉਣ ਦੀ ਪ੍ਰੇਰਨਾ ਦੇਣ ਦੀ ਕੋਸ਼ਿਸ਼ ਹੁੰਦੀ ਹੈ। ਤੇ ਕਲਿਆਣ ਐਜੂਕੇਸ਼ਨ ਵੱਲੋਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਰਾਹੀਂ ਫ੍ਰੈਂਚ ਸਿੱਖੀਏ, ਇੱਕ ਦੂਜੇ ਨੂੰ ਮਦਦ ਕਰ ਸਕੀਏ। ਅੱਜ ਜਿਹੜੀ ਹੈ ਨਵੇਂ ਤਰੀਕੇ ਦੀ ਹੈਗਾ ਹੈ ਪਾਠ ਹੈਗਾ ਹੈ, ਤੇ ਉਮੀਦ ਹੈ ਤੁਹਾਨੂੰ ਲੋਕਾਂ ਨੂੰ ਪਸੰਦ ਆਏਗਾ। आओ फ्रेंच सीखिए। Une histoire, une histoire, histoire मैंने स्टोरी, कहानी। ਅੱਜ ਦੀ ਕਹਾਣੀ ਜਿਹੜੀ ਹੈ ਉਹਦਾ ਸ਼ੀਰਸ਼ਕ ਜਿਹੜਾ ਹੈ, ਉਹਦਾ ਪਾਠ ਦਾ ਜਿਹੜਾ ਸਿਰਲੇਖ ਹੈ, ਉਹਦਾ ਹੈ ਰੂਲ ਗਲਤ। ਕਹਾਣੀ ਦਾ ਨਾਮ ਹੈ। ਹੁਣ ਗਲਤ ਜੋ ਹੈ, ਰੂਲੇ ਸ਼ਾਇਦ ਅਸੀਂ ਪਹਿਲੇ ਕਰ ਚੁੱਕੇ ਹੈਗਾ। ਰੂਲੇ ਮਤਲਬ ਹੁੰਦਾ ਹੈ ਲੁੜਕਣਾ, ਗੋਲ ਗੋਲ ਘੁੰਮਣਾ। ਗਲਤ ਜਿਹੜਾ ਹੈ ਇੱਕ ਤਰ੍ਹਾਂ ਦਾ ਕੇਕ ਹੈ। ਇਹ ਕੇਕ ਹਰ ਮੁਲਕ ਦੇ ਖਾਣੇ ਪੀਣਾ ਅਲੱਗ ਅਲੱਗ ਹੁੰਦਾ ਹੈ। ਸਾਡਾ ਮਿੱਠਾ ਅਲੱਗ ਤਰੀਕੇ ਦਾ ਹੈ, ਉਹਨਾਂ ਦਾ ਅਲੱਗ ਹੈ। ਕੇਕ ਜਿਹੜੇ ਹੈ, ਜਿਹੜਾ ਅਸੀਂ ਆਪਣੇ ਇੱਥੋਂ ਪੇਸਟਰੀਆਂ ਲੈ ਕੇ ਆਉਂਦੇ ਹਾਂ, ਇਹ ਇੰਗਲਿਸ਼ ਕੇਕ ਕਿਹਾ ਜਾਂਦਾ ਹੈ ਇਹਨੂੰ, ਜਿਹਦੇ 'ਚ ਕਿ ਬ੍ਰੈਡ ਰੱਖੀ ਜਾਂਦੀ, ਵਿਚਕਾਰ ਕਰੀਮ ਲਗਾਈ ਜਾਂਦੀ ਹੈ ਤੇ ਤੈਅ ਬਣਾ ਕੇ ਅਸੀਂ ਜਿਹੜਾ ਕੇਕ ਵਰਤਿਆ ਜਾਂਦਾ ਹੈ, ਇੰਗਲਿਸ਼ ਕੇਕ। ਜਿਹੜਾ ਫ੍ਰੈਂਚ ਕੇਕ ਹੈ ਉਹ ਥੋੜਾ ਦੂਜੇ ਤਰੀਕੇ ਦਾ ਹੁੰਦਾ ਹੈ। ਫੋਟੋ ਮੈਂ ਤੁਹਾਨੂੰ ਦਿਖਾਣਾ, ਜਿਹੜਾ ਅਸਲੀ ਕੇਕ ਹੈ ਤੇ ਡਰਾਇੰਗ ਹੈ, ਇਸ ਤਰੀਕੇ ਦਾ ਹੁੰਦਾ ਹੈ। ਇਹ ਕੇਕ ਜਿਹੜਾ ਹੈ, ਹੁਣ ਤੁਸੀਂ ਦੇਖ ਸਕਦੇ ਹੋ, ਦੇਖਣ ਵਿੱਚ ਬੜਾ ਖੂਬਸੂਰਤ ਹੈ। ਵੱਡਾ ਹੁੰਦਾ, ਸਾਡੀ ਥੋੜੀ ਪਲੇਟ ਹੁੰਦੀ ਹੈ ਉਹਦੇ ਜਿੰਨਾ ਆਮ ਤੌਰ ਤੇ ਹੁੰਦਾ। ਛੋਟੇ ਵੀ ਬੰਨੇ ਸ਼ੁਰੂ ਹੋ ਗਏ ਨੇ, ਲੇਕਿਨ ਉਸ ਸਾਈਜ਼ ਦਾ ਹੁੰਦਾ ਹੈ। ਮੱਖਣ, ਘਿਓ, ਚੀਨੀ ਤੇ ਆਟਾ, 4 ਚੀਜ਼ਾਂ ਦਾ ਮੇਨ ਪ੍ਰਮੁੱਖ ਜਿਹੜਾ ਹੈ। ਥੋੜਾ ਜਿਹਾ ਨਮਕ, ਜਿਹੜਾ ਹੈ ਲੂਣ ਪਾ ਕੇ, ਤੇ ਇਹ ਵਾਲਾ ਮੇਨ ਜਿਹੜਾ ਹੈ 4-5 ਚੀਜ਼ਾਂ ਪਾ ਕੇ ਕੇਕ ਬਣਦਾ ਹੈ। ਭਾਂਡੇ ਦੇ ਵਿੱਚ ਸਾਰੀ ਚੀਜ਼ਾਂ ਮਿਲਾ ਕੇ, ਤੇ ਬਾਕੀ ਉਹਨੂੰ ਜਿੰਨਾ ਅਸੀਂ ਵਧੀਆ ਬਣਾਉਣਾ ਚਾਹੀਏ, ਉਹਦੇ 'ਚ ਕਾਜੂ ਪਾ ਲਈਏ, ਬਦਾਮ ਪਾ ਲਈਏ, ਹੋਰ ਉਹਨਾਂ ਦੀ ਪੇਸਟ ਪਾ ਲਈਏ, ਉਹਨਾਂ ਨੂੰ ਮਲ ਕੇ ਜਿਹੜਾ ਹੈਗਾ ਹੈ ਉਹ ਵੀ ਕਰ ਸਕਦੇ ਹੈਗੇ ਆ। ਤੇ ਉਸ ਤਰੀਕੇ ਅਸੀਂ ਅਲੱਗ ਅਲੱਗ ਤਰੀਕੇ ਇਹਨੂੰ ਬਣਾਇਆ ਜਾਂਦਾ ਹੈਗਾ ਹੈ। ਬਣ ਕੇ ਬਹੁਤ ਸਵਾਦੀ, ਬਹੁਤ ਅੱਛਾ ਬਣਦਾ ਹੈ। ਇਹ ਜਿਹੜਾ ਹੈ ਕਵਾਂਗੇ ਇਹਨੂੰ ਕੇਕ ਹੀ, ਲੇਕਿਨ ਇਹ ਜਿਹੜਾ ਹੈ ਫ੍ਰੈਂਚ ਜਾਂ ਯੂਰੋਪੀਅਨ ਜਿਹੜਾ ਸਟਾਈਲ ਹੈ ਕੇਕ ਦਾ, ਉਹ ਹੈ। ਇਹਦੇ ਵਿੱਚ ਬ੍ਰੈਡ ਦੀ ਤੈਅ ਨਹੀਂ ਹੈ, ਕਰੀਮ ਨਹੀਂ ਹੈ। ਇਹ ਜਿਵੇਂ ਸਾਡਾ ਅਸੀਂ ਕਹਿ ਸਕਦੇ ਹੈਗੇ ਆ, ਸਾਡਾ ਕੜਾਹ ਪ੍ਰਸ਼ਾਦ ਹੈ, ਉਹਦੇ 3 ਚੀਜ਼ਾਂ ਨੇ, ਤੇ ਇਹਦੇ ਵਿੱਚ ਜਿਹੜੀਆਂ ਨੇ ਥੋੜਾ ਜਿਹਾ ਵੱਖਰਾ ਹੋਰ ਪੈ ਗਈ ਚੀਜ਼ਾਂ, ਤੇ ਇਹ ਬਣ ਗਿਆ। ਹੁਣ ਇਸ ਕਹਾਣੀ ਵਿੱਚ ਰੂਲ ਗਲਤ ਜਿਹੜਾ ਹੈ, ਬੱਚੇ ਨੂੰ ਚੁੱਕੀ ਸਿਖਾਈ ਜਾ ਰਹੀ ਹੈ। ਬੱਚੇ ਨੂੰ ਅਸੀਂ ਜੋ ਕਹਿੰਦੇ ਆ ਉਹ ਬੱਚਾ ਮੰਨ ਜਾਂਦਾ ਹੈਗਾ। ਬੱਚੇ ਨੂੰ ਕਹਿੰਦੇ ਆ ਕਿ ਵੀ ਜਿਹੜਾ ਹੈ ਬਾਬਾ ਆਏਗਾ, ਤਾਂ ਬੱਚਾ ਕਹਿੰਦਾ ਆ ਰਿਹਾ ਹੋਣਾ ਹੈ। ਬਾਬੇ ਨੂੰ ਕਹਿੰਦੇ ਆ, ਬੱਚੇ ਨੂੰ ਕਹਿੰਦੇ ਆ ਕਿ ਤੋਤੇ ਨੇ ਬੋਲਿਆ, ਬੱਚਾ ਮੰਨਦਾ। ਉਸੇ ਤਰੀਕੇ ਇਸ ਕਹਾਣੀ ਵਿੱਚ ਵੀ ਕੇਕ ਜਿਹੜਾ ਹੈ ਉਹ ਆਪਣੇ ਆਪ ਜਿਹੜਾ ਹੈ ਉਹ ਕੁਛ ਤਰ੍ਹਾਂ ਦਾ ਪਰਸੋਨੀਫਿਕੇਸ਼ਨ ਹੈ ਉਹਦੀ, ਉਹਦੀ ਆਪਣੀ ਮਰਜ਼ੀ ਹੈ, ਉਹ ਆਪਣੀ ਮਰਜ਼ੀ ਨਾਲ ਵੀ ਕੁਝ ਕਰ ਰਿਹਾ ਹੈਗਾ। ਬਾਕੀ ਜਾਨਵਰ ਨੇ ਇਹਦੇ ਅੰਦਰ, ਬੱਚਿਆਂ ਨੂੰ ਸਿਖਾਉਣਾ ਹੈ ਜਾਨਵਰਾਂ ਬਾਰੇ, ਤੇ ਉਹ ਜਾਨਵਰ ਇਹਦੇ ਵਿੱਚ ਆਉਣਗੇ। ਉਹ ਜਾਨਵਰ ਵੀ ਗੱਲਾਂ ਕਰ ਰਹੇ ਨੇ, ਜਿਵੇਂ ਪੰਚਤੰਤਰ ਦੀ ਕਹਾਣੀਆਂ ਅਸੀਂ ਕਹਿੰਦੇ ਹੈਗੇ ਹਾਂ, ਉਸ ਤਰੀਕੇ ਥੋੜਾ ਥੋੜਾ ਜਿਹਾ ਉਸ ਤਰੀਕੇ ਹੈਗਾ। ਹਾਲਾਂਕਿ ਇਹਦੇ ਵਿੱਚ ਖਾਸ ਮੋਰਲਸ ਨਹੀਂ ਹੈਗਾ, ਜਿਹੜਾ ਪੰਚਤੰਤਰ ਵਿੱਚ ਆਮ ਤੌਰ ਤੇ ਹੁੰਦਾ ਹੈ ਕਿ ਮੋਰਲ ਹੁੰਦਾ ਕਹਾਣੀ ਦੇ ਪਿੱਛੇ, ਇਹਦੇ ਵਿੱਚ ਉਹ ਨਹੀਂ ਹੈ। ਲੇਕਿਨ ਸਿਖਾਉਣਾ ਹੈ ਉਹਨੂੰ ਜਾਨਵਰ ਬਾਰੇ, ਅਲੱਗ ਅਲੱਗ ਜਾਨਵਰਾਂ ਬਾਰੇ, ਜੰਗਲ ਬਾਰੇ, ਔਰ ਸੁਭਾਅ ਬਾਰੇ। ਉਹ ਅੱਗੇ ਚੱਲ ਕੇ ਅਸੀਂ ਦੇਖਾਂਗੇ।
ਲੋਮੜੀ ਦਾ ਸਵਾਦ ਸਾਰੇ ਸ਼ਾਤਿਰ ਕਹਿੰਦੇ ਆ, ਤੇ ਉਹ ਸ਼ਾਤਿਰ ਉਹ ਵੀ ਕਹਿੰਦੇ ਨੇ, ਸਾਰੀ ਦੁਨੀਆ ਕਹਿੰਦੀ ਹੈ ਕਿ ਕਿਸ ਤਰੀਕੇ ਹੈਗਾ ਉਹ ਅਸੀਂ ਦੇਖਦੇ ਹਾਂ। ਆਓ ਪਾਠ ਸ਼ੁਰੂ ਕਰੀਏ। तस्वीर ही तुसी देख रहे हो, एक बुजुर्ग आदमी है, एक बुजुर्ग औरत है, आपस में बैठे हुए ने, गल्लां कर रहे ने, नाल छोटी जी बिल्ली है जिहड़ी औरत दी कुर्सी दे नाल थल्ले उत्ते हैगी। तुस बुजुर्ग आदमी जिहड़ा है तुसी देखो उन्हां ने अपनी टंगां उत्ते कंबल रखिया होया है, जैकेट पाई हुई है, ठंड दा जिहड़ा है समां दिखाया गया है। जिहड़ी बुजुर्ग औरत है उन्हां ने भी सिर ते कुछ पाया होया है। ਇਹ ਚੀਜ਼ ਜਿਹੜੀ ਹੈ ਖੈਰ ਕਲਚਰਲ ਐਸਪੈਕਟ ਜਿਹਨੂੰ ਕਹਿੰਦੇ ਨੇ ਉੱਥੇ ਦਾ ਜਿਹੜਾ ਹੈਗਾ ਹੈ ਫਰਾਂਸ ਦਾ ਔਰ ਅੱਜ ਦਾ ਨਹੀਂ, ਜਿਹੜਾ ਪੁਰਾਤਨ ਹੈ, ਇਹ ਜਿਹੜੇ ਇਸ ਤਰੀਕੇ ਕਿਹਾ ਜਾ ਸਕਦਾ ਕਿ ਸਾਡੀ ਵੇਸ਼ ਭੂਸ਼ਾ ਜਿਹੜੀ ਹੈ, ਸਾਡੇ ਕੱਪੜੇ ਜਿਹੜੇ ਨੇ ਵਕਤ ਦੇ ਨਾਲ ਤਬਦੀਲ ਹੋ ਰਹੇ ਨੇ, ਬਦਲ ਰਹੇ ਨੇ। ਅੱਜ ਅਸੀਂ ਵਿਆਹ ਸ਼ਾਦੀ ਤੇ ਜਾਈਦਾ ਹੈ ਤੇ ਕੋਟ ਪੈਂਟ ਪਾ ਕੇ ਜਾਈਦਾ ਹੈ, ਜਦ ਕਿ ਪੁਰਾਣੇ ਸਾਡੇ ਜਿੰਨੇ ਕਹਾਂਗੇ, ਅਗਰ ਤੁਸੀਂ ਪੁਰਾਣੀ ਫੋਟੋਆਂ ਦੇਖੋ ਉਹਦੇ ਵਿੱਚ ਸਭ ਨੇ ਕੁੜਤਾ ਪਜਾਮਾ ਪਾਇਆ ਹੈ ਤੇ ਸ਼ੇਰਵਾਨੀ ਪਾਈ ਹੋਈ ਹੈ, ਜਾਂ ਜਿਹਨੂੰ ਜੋਧਪੁਰੀ ਜੈਕਟ ਕਹਿੰਦੇ ਆ ਉਸ ਤਰੀਕੇ ਦੀ ਚੀਜ਼ ਪਾਈ ਹੋਈ ਹੈ। ਅੱਜ ਅਸੀਂ ਉਹਨੂੰ ਕਹਿੰਦੇ ਹਾਂ ਜੀ ਨਹਿਰੂ ਕਾਲਰ, ਲੇਕਿਨ ਨਹਿਰੂ ਤੋਂ ਪਹਿਲੇ ਨਹਿਰੂ ਨੇ ਵੀ ਕਿਸੇ ਨੂੰ ਦੇਖ ਕੇ ਹੀ ਪਾਣਾ ਸ਼ੁਰੂ ਕੀਤਾ ਸੀ। ਤੇ ਇਹਦੇ ਵਿੱਚ ਵੀ ਜਿਹੜਾ ਬਜ਼ੁਰਗ ਔਰਤ ਨੇ ਆਪਣੇ ਸਿਰ ਤੇ ਛੋਟੀ ਜਿਹੀ ਇੱਕ ਤਰ੍ਹਾਂ ਦੀ ਟੋਪੀ ਹੁੰਦੀ ਹੈ ਜਿਹੜੀ ਉਹਨਾਂ ਨੇ ਪਾਈ ਹੋਈ ਹੈ। ਸਿਰ ਕੱਜਣ ਦੀ ਪ੍ਰਥਾ ਉੱਥੇ ਵੀ ਸੀ, ਸਾਡੇ ਇੱਥੇ ਨਹੀਂ, ਉੱਥੇ ਵੀ ਸੀ। ਔਰ ਫਰਾਂਸ ਦੇ ਵਿੱਚ ਖਾਸ ਤੌਰ ਤੇ ਇੱਕ ਜਿਹੜਾ ਸਟੇਟ ਹੈ ਉਹਨਾਂ ਦੀ ਜਿਹੜੀ ਐਕਸਟ੍ਰੀਮ ਵੈਸਟ ਨਾਰਥ ਵੈਸਟ ਤੇ ਹੈਗੀ ਹੈ, ਜਿਹਨੂੰ ਬ੍ਰਿਟਾਈਨ ਕਹਿੰਦੇ ਨੇ। ਉਹਦਾ ਮੈਪ ਅਗਰ ਮੈਂ ਕਦੀ ਮਿਲੇਗਾ ਮੈਂ ਉਹਦੇ ਬਾਰੇ ਵੀ ਜ਼ਿਕਰ ਕਰਾਂਗਾ। ਨਾਰਥ ਵੈਸਟ ਦੇ ਉੱਤੇ ਹੈ ਬ੍ਰਿਟਨੀ, ਇੰਗਲਿਸ਼ ਵਿੱਚ ਉਹਨੂੰ ਕਿਹਾ ਜਾਂਦਾ ਹੈ ਉਹਨਾਂ ਦਾ, ਲੇਕਿਨ ਫ੍ਰੈਂਚ ਜਿਹਦਾ ਨਾਮ ਹੈਗਾ ਹੈ ਬ੍ਰਿਟਾਈਨ। ਬ੍ਰਿਟਾਈਨ ਬ੍ਰਿਟਾਈਨ ਜਿਹੜਾ ਹੈ ਉਹ ਸਟੇਟ, ਉਹ ਇੱਕ ਤਰ੍ਹਾਂ ਦੀ ਜਿਵੇਂ ਨਾਰਥ ਵੈਸਟ ਇੱਕ ਪੰਜਾਬ ਵੀ ਹੈਗਾ। ਉਹਨਾਂ ਦੇ ਵੀ ਜਿਹੜਾ ਹੈ ਸਿਰੜ ਬੜਾ ਹੈ, ਉਹਨਾਂ ਨੂੰ ਆਪਣੇ ਕਲਚਰ ਨਾਲ ਬਹੁਤ ਪ੍ਰੇਮ ਹੈ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਟ੍ਰੈਡੀਸ਼ਨ, ਜੋ ਉਹਨਾਂ ਦੀ ਪੁਰਾਣਾ ਸੱਭਿਆਚਾਰ ਹੈ, ਪੁਰਾਣਾ ਕਲਚਰ ਹੈ, ਉਹਨੂੰ ਉਹ ਮੇਨਟੇਨ ਬਚਾ ਕੇ ਰੱਖ ਸਕਣ, ਜਿੰਨਾ ਉਹਨੂੰ ਬਚਾਉਣ। ਔਰ ਉਸ ਦੇ ਵਿੱਚ ਉਹਨਾਂ ਦੀ ਜ਼ੁਬਾਨ ਵੀ ਆਉਂਦੀ ਹੈ, ਕਿਉਂਕਿ ਇਸ ਵੇਲੇ ਜਿਵੇਂ ਹਿੰਦੁਸਤਾਨ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਅਲੱਗ-ਅਲੱਗ ਸਟੇਟ ਵਿੱਚ ਅਲੱਗ-ਅਲੱਗ ਜ਼ੁਬਾਨਾਂ ਨੇ। ਤਮਿਲਨਾਡੂ ਵਿੱਚ ਤਮਿਲ ਹੈ ਤੇ ਕੇਰਲ ਵਿੱਚ ਮਲਿਆਲਮ ਹੈ, ਪੰਜਾਬ ਵਿੱਚ ਪੰਜਾਬੀ ਹੈ। ਇਸੇ ਤਰੀਕੇ ਕਿਸੇ ਜ਼ਮਾਨੇ ਫਰਾਂਸ ਵਿੱਚ ਵੀ ਸੀ, ਅਲੱਗ-ਅਲੱਗ ਸਟੇਟ ਵਿੱਚ ਅਲੱਗ-ਅਲੱਗ ਜ਼ੁਬਾਨਾਂ ਬੋਲੀਆਂ ਜਾਂਦੀਆਂ ਸੀ। ਬਾਅਦ ਵਿੱਚੋਂ ਉਹਨਾਂ ਦਾ ਇੱਕ ਰਾਜਾ ਹੋਇਆ ਹੈ, ਲੂਈ 14 ਜਿਹੜਾ ਹੈ, ਉਹਨਾਂ ਦਾ ਇੱਕ ਮਿਨਿਸਟਰ ਸੀ ਰਿਸ਼ਲੀਓ। ਉਸਨੇ ਉਸ ਵੇਲੇ ਡਿਸਾਈਡ ਕੀਤਾ, ਮਿਨਿਸਟਰ ਆਫ ਐਜੂਕੇਸ਼ਨ ਵੀ ਕਹਿ ਸਕਦੇ ਹੋ, ਉਸ ਵੇਲੇ ਉਹ ਹੈਗਾ ਸੀ ਹੋਮ ਮਿਨਿਸਟਰ ਵਗੈਰਾ ਦੀ ਪਾਵਰਸ ਹੈਗੀ ਸੀ। ਉਹਨੇ ਡਿਸਾਈਡ ਕੀਤਾ ਕਿ ਪੂਰੇ ਫਰਾਂਸ ਦੇ ਵਿੱਚ ਇੱਕ ਜ਼ੁਬਾਨ ਹੋਣੀ ਚਾਹੀਦੀ ਹੈ ਜਿਹੜੀ ਬੋਲੀ ਜਾਏ, ਜਿਹੜੀ ਪੜ੍ਹੀ ਜਾਏ, ਤਾਂ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਬੰਦਾ ਜਾਏ ਉਹਨੂੰ ਦਿੱਕਤ ਨਾ ਆਵੇ। ਇਹ ਕਾਨੂੰਨ ਬਣਾ ਦਿੱਤਾ ਗਿਆ ਤੇ ਸਾਰੇ ਫਰਾਂਸ ਵਿੱਚ ਇਹ ਫ੍ਰੈਂਚ ਜਿਹੜੀ ਹੈ ਇੱਕ ਅਕੈਡਮੀ ਬਣਾਈ ਗਈ, ਜਿਹਨੂੰ ਅੱਜ ਵੀ ਜਿਹੜੀ ਐਗਜ਼ਿਸਟ ਕਰਦੀ ਹੈ, ਜਿਹਨੂੰ ਕਿਹਾ ਜਾਂਦਾ ਅਕਾਦਮੀ ਫਰਾਂਸੈਜ਼। ਉਹਦਾ ਕੰਮ ਹੈ ਕਿ ਜਿਹੜੀ ਜ਼ੁਬਾਨ ਹੈ ਉਹਨੂੰ ਸਟੈਂਡਰਡਾਈਜ਼ ਕੀਤਾ ਜਾਏ, ਉਹਦੇ ਚ ਲਫ਼ਜ਼ ਜਿਹੜੇ ਨੇ ਕਿਹੜੇ ਐਡ ਹੋਣਗੇ, ਕਿਹੜੇ ਨਹੀਂ ਹੋਣਗੇ, ਕਿਵੇਂ ਤਬਦੀਲੀਆਂ ਆਉਣਗੀਆਂ ਵਕਤ ਦੇ ਨਾਲ, ਉਹ ਸਾਰੀਆਂ ਉਹਦੇ ਵਿੱਚ ਜਿਹੜਾ ਹੈਗਾ ਹੈ ਦੱਸਿਆ ਜਾਂਦਾ ਹੈ, ਮਤਲਬ ਉਹਨੂੰ ਮੇਨਟੇਨ ਕੀਤਾ ਜਾਂਦਾ। ਉਹ ਅਕੈਡਮੀ ਦਾ ਹੀ ਕੰਮ। ਤੇ ਹੁਣ ਫਰਾਂਸ ਜਿਹੜਾ ਹੈ ਸਾਰੇ ਤੋਂ ਫ੍ਰੈਂਚ ਬੋਲਣੀ ਸ਼ੁਰੂ ਕੀਤੀ। ਉਹਦੇ ਨਾਲ ਕੀ ਹੋਇਆ, ਅਗਰ ਅੱਜ ਸਮਝ ਲਓ ਕਿ ਹਿੰਦੁਸਤਾਨੀ ਸਾਰੇ ਨੂੰ ਕਹਿਣ ਕਿ ਤੁਸੀਂ ਕੱਲ ਤੋਂ ਸਿਰਫ ਅੰਗਰੇਜ਼ੀ ਬੋਲਣੀ ਹੈ, ਅੰਗਰੇਜ਼ੀ ਪੜ੍ਹਨੀ ਹੈ, ਸਕੂਲ ਦੇ ਵਿੱਚ ਪੜ੍ਹਾਉਣ ਦਾ ਮਾਧਿਅਮ ਵੀ ਜਿਹੜਾ ਹੈ ਸਿਰਫ ਅੰਗਰੇਜ਼ੀ ਹੋਏਗਾ। ਮੈਂ ਅੰਗਰੇਜ਼ੀ ਬੋਲ ਰਿਹਾ ਕਿਉਂਕਿ ਉਹ ਆਪਣੀ ਸਟੇਟ ਦੀ ਨਹੀਂ ਹੈ। ਅਸਾਮੀ ਕਹਿ ਲਓ ਜਾਂ ਤੁਸੀਂ ਬੰਗਲਾ ਕਹਿ ਲਓ, ਸਾਰਿਆਂ ਨੂੰ ਕੱਲ ਨੂੰ ਕਿਸੇ ਵੀ ਇੱਕ ਜ਼ੁਬਾਨ ਦੇ ਵਿੱਚ ਹੀ ਪੜ੍ਹਨਾ ਲਿਖਣਾ ਹੈ, ਸਰਕਾਰੀ ਕੰਮ ਉਸੇ ਵਿੱਚ ਹੋਣਗੇ, ਸਭ ਕੁਝ ਉਹਦੇ 'ਚ ਹੋਏਗਾ। ਤੇ ਉਹਦੇ ਨਾਲ ਕੀ ਹੋਏਗਾ ਕਿ 20 ਸਾਲਾਂ ਦੇ ਵਿੱਚ, ਕਿਉਂਕਿ ਇੱਕ ਜਨਰੇਸ਼ਨ ਲੱਗਦੀ ਹੈ, 25 ਸਾਲ ਗਿਣੇ ਜਾਂਦੇ ਜਨਰੇਸ਼ਨ ਨੂੰ, 20 ਸਾਲਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆਏਗੀ ਉਸ ਤੋਂ ਬਾਅਦ ਉਹ ਸਾਰੀ ਪੁਰਾਣੀ ਜ਼ੁਬਾਨ ਨੂੰ ਭੁੱਲ ਚੁੱਕੇ ਹੋਣਗੇ, ਉਹਨੂੰ ਕਰੀਬ ਇਗਨੋਰ ਕਰ ਦਿੱਤਾ ਜਾਏਗਾ, ਪਿੱਛੇ ਪਾ ਦਿੱਤਾ ਜਾਏਗਾ। ਜਿਹੜੇ ਬ੍ਰਤੋਂ ਹੈਗੇ ਸੀ ਲੋਕ, ਉਹਨਾਂ ਨੇ ਜਿਹੜਾ ਹੈ ਕੋਸ਼ਿਸ਼ ਕੀਤੀ, ਉਹਨਾਂ ਨੂੰ ਜਿਸ ਵੇਲੇ ਦੇਖਿਆ ਕਿ ਸਾਡੀ ਆਪਣੀ ਜ਼ੁਬਾਨ, ਆਪਣਾ ਕਲਚਰ, ਕਿਉਂਕਿ ਇੱਕ ਜ਼ੁਬਾਨ ਦੇ ਨਾਲ ਹੀ ਕਲਚਰ ਚੱਲਦਾ ਹੈ, ਉਹਦੇ ਰਾਹੀਂ ਹੀ ਚੱਲਦਾ ਹੈ। ਜਿਸ ਵੇਲੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਬਈ ਸਾਡੀ ਜ਼ੁਬਾਨ ਖਤਮ ਹੁੰਦੀ ਜਾ ਰਹੀ ਹੈ, ਤੇ ਉਹਨਾਂ ਨੇ ਪਿਛਲੇ 10-15 ਸਾਲਾਂ ਤੋਂ ਜਿਹੜਾ ਹੈ 20 ਸਾਲਾਂ ਤੋਂ ਉਹਨਾਂ ਨੇ ਮਿਹਨਤ ਕੀਤੀ, ਦੁਬਾਰਾ ਆਪਣੀ ਜ਼ੁਬਾਨ ਸਿਖਾਈ ਜਾਏ ਲੋਕਾਂ ਨੂੰ ਸ਼ੌਕੀਆ ਤੌਰ ਤੇ।
उन्होंने छोटी छोटी आफ्टरनून क्लासेस इवनिंग क्लासेस वगैरह वगैरह शुरू कीतियां ताकि लोग सीख सकन अपने कल्चर बारे भी पता चल सके ਤੇ ਹੁਣ ਇਹ ਬਜ਼ੁਰਗ ਜਿਹੜੀ ਔਰਤ ਹੈ ਨੇ ਜੋ ਟੋਪੀ ਪਾਈ ਹੈ ਮੈਂ ਉੱਥੋਂ ਗੱਲ ਸ਼ੁਰੂ ਕੀਤੀ ਸੀ ਤੇ ਉੱਥੇ ਵੀ ਸਿਰ ਕੱਜਣ ਦੀ ਪ੍ਰਥਾ ਹੈ ਜਿਹੜੇ ਉੱਥੇ ਪੁਰਾਣੇ ਲੋਕ ਨੇ ਵਾਲ ਵੀ ਉਹ ਲੰਬੇ ਰੱਖਦੇ ਸੀ ਕੱਟਦੇ ਨਹੀਂ ਸੀ ਮਰਦ ਹੋਏ ਜਾਂ ਔਰਤ ਵਾਲਾਂ ਨੂੰ ਉਹਨਾਂ ਨੇ ਸਾਡੇ ਇੱਥੇ ਤੇ ਗੁਰੂ ਮਹਾਰਾਜ ਨੇ ਕਿਹਾ ਤੇ ਅਸੀਂ ਉਸ ਸਾਰੇ ਨੂੰ ਪ੍ਰਥਾ ਨੂੰ ਮੰਨਦੇ ਹੈਗੇ ਆ ਕਿ ਵੀ ਨੈਚੁਰਲ ਰਹਿਣਾ ਹੈ ਜਿਵੇਂ ਕੁਦਰਤ ਨੇ ਸਾਨੂੰ ਬਖਸ਼ਿਆ ਅਸੀਂ ਉਸ ਤਰੀਕੇ ਰਹਿਣਾ ਹੈ ਉਹਨਾਂ ਦੇ ਉੱਥੇ ਹੋਰ ਵੀ ਕਈ ਕਾਰਨ ਨੇ ਲੰਬਾ ਹੋ ਜਾਏਗਾ ਉਸ ਚੀਜ਼ ਨੂੰ ਡਿਸਕਸ ਕਰਨਾ ਬਟ ਸਟਿਲ ਉਹਨਾਂ ਦੇ ਉੱਥੇ ਵੀ ਪ੍ਰਥਾ ਹੁੰਦੀ ਸੀ ਕਿ ਅਸੀਂ ਵਾਲ ਲੰਬੇ ਰੱਖੀਏ ਔਰਤਾਂ ਸਿਰ ਕੱਜਦੀਆਂ ਸੀ ਉਹਨਾਂ ਦੇ ਉੱਥੇ ਚਰਚ ਜਿਹੜੇ ਨੇ ਉੱਥੇ ਜਾਣਾ ਤੇ ਉਹਨਾਂ ਨੇ ਟ੍ਰੈਡੀਸ਼ਨਲ ਆਪਣੇ ਕੱਪੜੇ ਪਾ ਕੇ ਅਸੀਂ ਵੀ ਗੁਰਦੁਆਰੇ ਜਾਂਦੇ ਹਾਂ ਤੇ ਪਸੰਦ ਇਹੋ ਕਰਦੇ ਹਾਂ ਕਿ ਅਸੀਂ ਸਲਵਾਰ ਕਮੀਜ਼ ਕੁੜਤਾ ਪਜਾਮਾ ਪਾ ਕੇ ਜਾਈਏ ਤੇ ਉੱਥੇ ਵੀ ਇਹੋ ਸੀ ਕਿ ਉਹ ਲੋਕ ਵੀ ਜਿਹੜੇ ਨੇ ਆਪਣੇ ਟ੍ਰੈਡੀਸ਼ਨਲ ਕੱਪੜੇ ਜਿਹੜੇ ਨੇ ਉਹ ਪਾ ਕੇ ਤੇ ਉਹ ਜਾਣ ਖੈਰ ਕਲਚਰ ਬਾਰੇ ਹੋਰ ਐਸਪੈਕਟਸ ਜਿਹੜੇ ਨੇ ਫਿਰ ਆਉਂਦੇ ਰਹਿਣਗੇ ਦੱਸਦਾ ਰਹਾਂਗਾ ਮੈਂ ਹੁਣ ਆਉਂਦੇ ਹਾਂ ਫ੍ਰੈਂਚ ਲੈਸਨ ਫ੍ਰੈਂਚ ਜ਼ੁਬਾਨ dans une petite maison, in a small house, tout près de la forêt, tout près, बहुत नजदीक, बहुत ही नजदीक, किधर de la forêt, forest ਦੇ ਨੇੜੇ, ਜੰਗਲ ਦੇ ਨੇੜੇ। ਹੁਣ ਤੁਸੀਂ ਦੇਖੋ ਥੋੜਾ ਥੋੜਾ ਅੰਦਾਜ਼ਾ ਲੱਗ ਜਾਂਦਾ ਫੋਰੇ ਅਗਰ ਨਹੀਂ ਪੜਿਆ ਅਸੀਂ ਫਿਰ ਵੀ ਮਿਲਾ ਸਕਦੇ ਹਾਂ ਥੋੜਾ ਜਿਹਾ ਤੇ ਫੋਰੈਸਟ ਦੇ ਬਹੁਤ ਨਜ਼ਦੀਕ ਹੈ In a small house, very close to the forest, vivait un vieux et une vieille. Vivait, vivre, ਜਿਹੜਾ ਲਫ਼ਜ਼ ਹੈ ਜਿਹੜਾ ਕਿਰਿਆ ਹੈ ਜਿਹਦਾ ਇੱਥੇ imparfait ਵਰਤਿਆ ਗਿਆ ਟੈਂਸ ਜਿਹੜਾ ਹੈਗਾ ਹੈ imparfait ਅਸੀਂ ਪਿਛਲੇ ਪਾਠ ਵਿੱਚ ਕੀਤਾ ਹੈ ਜਿਹੜਾ past continuous ਹੈ they used to live कौन सी जो used to live un vieux et une vieille un vieux मतलब एक बुढ़ा आदमी एक बुजुर्ग आदमी et une vieille एक बुजुर्ग औरत वैसे किसी ਨੂੰ un vieux कहना une vieille कहना थोड़ा ਜਿਹਾ ਰੂਡ ਹੈ ਅਸਭ्य ਹੈ ਪੋਲਾਈਟ ਨਹੀਂ ਹੈਗਾ ਜਿਵੇਂ ਅਸੀਂ ਕਿਸੇ ਨੂੰ ਕਹੀਏ ਇੱਕ ਬੁੱਢਾ ਤੇ ਇੱਕ ਬੁੱਢੀ ਰਹਿੰਦੇ ਸੀ ਸੋਹਣਾ ਨਹੀਂ ਲੱਗਦਾ ਲੇਕਿਨ ਫਿਰ ਵੀ ਕਹਾਣੀ ਵਿੱਚ ਹੈਗਾ ਅਸੀਂ ਉਸ ਤਰੀਕੇ ਨੂੰ ਲੈ ਕੇ ਚਲਾਂਗੇ ਇੱਕ ਬਜ਼ੁਰਗ ਆਦਮੀ ਬਜ਼ੁਰਗ ਔਰਤ ਉੱਥੇ ਰਹਿੰਦੇ ਸੀ Un jour, one day, एक दिन, le vieux dit à la vieille, बुजुर्ग आदमी ने बुजुर्ग औरत ਨੂੰ किया J'aimerais bien manger une galette. आज मेरा galette केक खाने ते दिल कर रहा है J'aimerais bien I would like to eat manger eat हो गया I would like to eat a cake une galette ਉਹ ਜੋ ਜਵਾਬ ਦਿੰਦੇ ਨੇ ਉਹ ਕਹਿੰਦੇ ਨੇ bon je pourrais t'en faire une répond la vieille si seulement j'avais de la farine ਹੁਣ ਇਹਦੇ ਵਿੱਚ ਮੈਂ ਕਰਸਰ ਨਾਲ ਥੋੜਾ ਇੰਡੀਕੇਟ ਕਰ ਰਿਹਾ répond la vieille ਜਿਹੜਾ ਹੈ ਇਹਦਾ ਮਾਇਨੇ ਹੋਇਆ répondre मतलब ਰਿਸਪੌਂਡ ਕਰਨਾ ਆਨਸਰ ਦੇਣਾ répond la vieille बुजुर्ग औरत जो है वो रिप्लाई करती है की करती है je pourrais t'en faire une I could make you one. मैं ਤੁਹਾਡੇ ਵਾਸਤੇ ਇੱਕ ਬਣਾ ਸਕਦੀ ਸੀ si seulement अगर सिर्फ si if seulement सिर्फ j'avais de la farine अगर मेरे ਕੋਲ ਆਟਾ ਹੁੰਦਾ ਸਿਰਫ ਤਾਂ ਹੀ ਬਣਾ ਸਕਦੀ ਸੀ ਅਗਰ ਮੇਰੇ ਕੋਲ ਆਟਾ ਹੁੰਦਾ ਇਹ ਮੈਂ ਇਹਨਾਂ ਦੇ ਵਰਡ ਮੀਨਿੰਗ ਜਿਹੜੇ ਨੇ ਜਿਹੜੇ ਨਵੇਂ ਅੱਖਰ ਨੇ ਨਵੀਂ ਵਰਬ ਨੇ ਜਾਂ ਕਈ ਪੁਰਾਣੇ ਵੀ ਨੇ ਮੈਂ ਦੁਬਾਰਾ ਲਿਖਿਆ ਹੈ ਤਾਂ ਕਿ ਤੁਸੀਂ ਜਿਹੜਾ ਹੈਗਾ ਹੈ ਉਹਨੂੰ ਦੁਬਾਰਾ ਦੇਖਣਾ ਚਾਹੋ ਪੜ੍ਹਨਾ ਚਾਹੋ ਤੇ ਉਹ ਪੜ੍ਹ ਸਕੋ ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਮੈਂ ਗਲਤ ਜਿਹੜਾ ਹੈ ਉਹਦਾ ਪੈਨਕੇਕ ਲਿਖਿਆ ਹੈ क्योंकि केक नहीं है पैनकेक भी नहीं है दोनों ਦੇ ਵਿਚਕਾਰ ਦੀ ਚੀਜ਼ ਹੈ ਕਿਉਂਕਿ ਪੈਨਕੇਕ ਅਮਰੀਕਾ ਵਿੱਚ ਆਮ ਤੌਰ ਤੇ ਜਿਹੜਾ ਹੈਗਾ ਹੁੰਦਾ ਹੈ ਇਹ ਅਲੱਗ ਯੂਰੋਪੀਅਨ ਕੇਕ ਹੈ ਉਹ ਕਹਿੰਦੀ ਹੈ ਕਿ ਭਈ ਜਿਹੜਾ ਹੈ ਮੇਰੇ ਕੋਲ ਆਟਾ ਹੁੰਦਾ ਤੇ ਮੈਂ ਬਣਾ ਸਕਦੀ ਸੀ ਉਹ ਹੁਣ ਬਜ਼ੁਰਗ ਆਦਮੀ ਕੀ ਕਹਿੰਦਾ ਜੀ le vieux ਬਜ਼ੁਰਗ ਆਦਮੀ ਨੇ ਕਿਹਾ on va bien en trouver un peu ਅਸੀਂ ਜ਼ਰੂਰ ਥੋੜਾ ਜਿਹਾ ਲੱਭ ਹੀ ਲਾਂਗੇ monte au grenier
ਤੁਸੀਂ ਛੱਤ ਤੇ ਜਿਹੜਾ ਐਟਿਕ ਹੈ परछत्ती ਤੇ ਜਾਓ, ਵਾਲੇ le plancher ਜਿਹੜਾ ਫਰਸ਼ ਹੈ ਉੱਥੇ ਝਾੜੂ ਲਗਾਓ, ਉੱਥੇ ਜਿਹੜਾ ਹੈ tu trouveras ਤੁਹਾਨੂੰ ਜ਼ਰੂਰ ਮਿਲ ਜਾਣਗੇ। ਕੀ ਮਿਲ ਜਾਏਗਾ? ਪੱਕੀ ਗੱਲ ਹੈ, sûrement ਪੱਕੀ ਗੱਲ, des grains de blé ਕਣਕ ਦੇ ਦਾਣੇ। ਉਹ ਕਹਿ ਰਿਹਾ ਹੈ ਕਿ ਤੁਸੀਂ ਜਿਹੜਾ ਹੈ परछत्ती ਤੇ ਜਾਓ, ਵਾਲੇ le plancher ਵਲਾਈਏ ਕਰਨਾ मतलब ਹੁੰਦਾ ਹੈ ਝਾੜੂ ਲਗਾना, स्वीप करना ਝਾੜੂ ਲਗਾना, plancher फर्श हो गया, फर्श ਨੂੰ ਤੁਸੀਂ ਝਾੜੂ ਲਗਾਓ, tu trouveras ਤੁਹਾਨੂੰ ਜ਼ਰੂਰ ਮਿਲ ਜਾਣਗੇ, sûrement मतलब ਜ਼ਰੂਰ ਮਿਲ ਜਾਣਗੇ। ਕੀ ਮਿਲ ਜਾਣਗੇ? ਕਣਕ ਦੇ ਦਾਣੇ। C'est une idée dit la vieille। ਇਹ ਤੇ ਨਵਾਂ, ਇਹ ਤੇ ਅੱਛਾ ਖਿਆਲ ਹੈ, ਬਜ਼ੁਰਗ ਔਰਤ ਕਹਿੰਦੀ ਹੈ। ਕੀ monte मतलब सीढ़ियां चढ़नियां, ओ grenier परछत्ती ते चढ़ गई। की monte ओ grenier परछत्ती, एटिक जिमें इंग्लिश कहने हैं। की monte au grenier, balaye le plancher, वो थे फर्श ਨੂੰ ਝਾੜੂ ਲਗਾਉਂਦੀ ਹੈ। ਇਹ ramasse les grains de blé, और ramasse से मतलब ਇਕੱਠਾ ਕਰਨਾ, ramasse les grains de blé ਕਣਕ ਦੇ ਦਾਣੇ ਜਿਹੜੇ ਨੇ ਉਹ ਇਕੱਠੇ ਕਰਦੀ ਹੈ। ਹੁਣ ਇਸ ਦੇ ਵਿੱਚ ਇੱਕ ਜਿਹੜਾ ਹੈ ਤੁਸੀਂ ਛੋਟਾ ਜਿਹਾ ਨੋਟ ਕਰੋਗੇ ਤੇ ਹੁਣ ਥਰਡ ਪਰਸਨ ਹੈ ਜਿਹੜਾ ਬਜ਼ੁਰਗ ਬਾਰੇ ਗੱਲ ਹੋ ਰਹੀ ਹੈ, ਬਜ਼ੁਰਗ ਔਰਤ ਬਾਰੇ। ਹੁਣ ਇੱਥੇ ਲਿਖਿਆ ਹੈ ਇਟਸ ਐਨ ਆਈਡੀਆ, c'est une idée dit la vieille, ਬਜ਼ੁਰਗ ਔਰਤ ਨੇ ਕਿਹਾ। qui monte au grenier, ਜੋ ਕੀ मतलब ਇੱਥੇ ਹੈਗਾ ਜੋ, monte ਹੁਣ monte ਜਿਹੜਾ ਹੈ ਵਰਬ ਹੈ, ਕਿਰਿਆ ਹੈ ਚੜਨਾ, ਉੱਪਰ ਚੜਨ ਦਾ, और ਉਹਨੂੰ ਕੌਂਜੂਗੇਟ ਕੀਤਾ ਗਿਆ, ਉਹਦਾ ਰੂਪ ਬਣਾਇਆ ਗਿਆ ਹੈ। ਉਹਨੂੰ ਕੌਂਜੂਗੇਟ ਜਿਹੜਾ ਕੀਤਾ ਗਿਆ ਹੈ ਉਹ ਥਰਡ ਪਰਸਨ ਸਿੰਗੂਲਰ ਵਿੱਚ ਕੀਤਾ ਗਿਆ। elle monte au grenier। ਅੱਗੇ अगर फिर देखिए तो elle balaye, झाड़ू लगा रही है, elle balaye le plancher et elle ramasse, और वो ramasse इकट्ठा कर रही है कनक ਦੇ ਦਾਣੇ। वर्ब ਨੂੰ कॉन्जुगेट किया गया है थर्ड पर्सन सिंगुलर एल वास्ते, ओदे वास्ते, लेकिन ओ बार बार नहीं किया गया, ठीक है जी, ਉਹਨੂੰ बार बार नहीं किया। सजे हथ वर्ड मीनिंग हैगे ने ਜਿਹੜੇ ਤੁਸੀਂ ਦੁਬਾਰਾ ਧਿਆਨ ਨਾਲ ਪੜ ਸਕਦੇ ਹੋ। avec les grains de blé elle fait de la farine with the grains of wheat। ਕਣਕ ਦੇ ਦਾਣਿਆਂ ਦੇ ਨਾਲ elle fait de la farine, ਉਹ ਆਟਾ ਬਣਾਉਂਦੀ ਹੈ। ਮਿਹਨਤ ਕਿੰਨੀ ਹੈ, ਪਹਿਲੇ ਕਣਕ ਦੇ ਦਾਣੇ ਲਿਆਏ, ਹੁਣ ਉਸ ਤੋਂ ਉਹਨੇ ਆਟਾ ਬਣਾਇਆ। elle fait makes, faire मतलब make, to do, ਉਹਨੇ ਇੱਥੇ ਆਟਾ ਬਣਾਇਆ, la farine ਆਟਾ। avec la farine with the flour, with the wheat flour ਜਿਹੜਾ ਆਟਾ ਹੈ ਆਟੇ ਦੇ ਨਾਲ, elle fait une galette, ਉਹ ਇੱਕ ਕੇਕ ਬਣਾਉਂਦੀ ਹੈ। et puis and then और फिर elle met la galette à cuire au four and then she puts, elle met, she puts और रखती है la galette à cuire, ਉਹ ਰੱਖਦੀ ਹੈ ਕਿਸ ਚੀਜ਼ ਨੂੰ, ਗਲਤ ਨੂੰ, ਕੇਕ ਨੂੰ ਕਿੱਥੇ ਰੱਖਦੀ ਹੈ, ਆ ਕੁਈਰ ਬਣਾਉਣ ਵਾਸਤੇ, ਪੱਕਣ ਵਾਸਤੇ ਰੱਖਦੀ ਹੈ। ਆ ਕੁਈਰ ਪੱਕਣਾ ਕਿੱਥੇ ਰੱਖਦੀ ਹੈ, ਫੂਰ, ਅਵਨ ਦੇ ਵਿੱਚ। ਅੱਜ ਅਸੀਂ ਅਵਨ ਕਹਿ ਰਹੇ ਹਾਂ, ਪੁਰਾਣੇ ਜ਼ਮਾਨੇ 'ਚ ਤੰਦੂਰ ਹੀ ਸੀ, ਉਹਨਾਂ ਕੋਲ ਵੀ ਉਹ ਤੰਦੂਰ ਹੀ ਸੀ। ਤੰਦੂਰ ਦੇ ਟ੍ਰੈਡੀਸ਼ਨ ਉੱਤੇ ਵੀ ਗੱਲ ਕੀਤੀ ਜਾ ਸਕਦੀ ਹੈ। ਜਿਹੜਾ ਤੰਦੂਰ ਦਾ ਟ੍ਰੈਡੀਸ਼ਨ ਹੈਗਾ ਹੈ ਉਹ ਅਗਰ ਤੁਸੀਂ ਦੇਖੋ ਤੇ ਪੰਜਾਬ ਤੱਕ ਜ਼ਿਆਦਾ ਹੈ ਪੁਰਾਣਾ। ਪੰਜਾਬ, ਪਾਕਿਸਤਾਨ ਜਿਹੜਾ ਹੁਣ ਹੈਗਾ ਉੱਥੇ, ਅਫਗਾਨਿਸਤਾਨ ਤੇ ਅੱਗੋਂ ਚਲਦੇ ਜਾਓ ਤੇ ਯੂਰਪ ਸਾਰੇ 'ਚ ਹੈਗੇ। ਲੇਕਿਨ ਪੰਜਾਬ ਤੋਂ ਬਾਅਦ ਅਗਰ ਤੁਸੀਂ ਥੱਲੇ ਆਉਣਾ ਸ਼ੁਰੂ ਕਰੋ, ਹਰਿਆਣੇ 'ਚ ਘੱਟ ਜਾਏਗਾ, ਅੱਗੇ ਯੂਪੀ 'ਚ ਹੋਰ ਘੱਟ ਜਾਏਗਾ, ਤੰਦੂਰ ਨਾ ਦੇ ਬਰਾਬਰ ਮਿਲੇਗਾ। ਇਹ ਟ੍ਰੈਡੀਸ਼ਨ ਜਿਹੜਾ ਹੈ ਇਹ ਇੰਡੋ ਆਰੀਅਨ ਮੇਨ ਹੈਗਾ ਹੈ ਸਾਰਾ, ਯੂਰਪ ਤੋਂ ਲੈ ਕੇ ਤੇ ਪੰਜਾਬ ਤੱਕ ਜਿਹੜਾ ਹੈ ਜਿੱਥੇ ਅਸਰ ਰਿਹਾ ਇਹਨਾਂ ਲੋਕਾਂ ਦੇ ਆਣੇ ਜਾਣੇ ਦਾ। ਪਰਸ਼ੀਅਨ ਲੋਕ ਖਾਸ ਤੌਰ ਤੇ ਜਿਹੜੇ ਨੇ, ਉਹਨਾਂ ਪਰਸ਼ੀਅਨ ਲੋਕ ਨੇ ਜਿੱਥੇ ਜਿੱਥੇ ਗਏ ਨੇ ਉੱਥੇ ਉਹ ਤੰਦੂਰ ਦਾ ਇਸਤੇਮਾਲ ਹੁੰਦਾ ਰਿਹਾ, ਤੇ ਉਸ ਵੇਲੇ ਵੀ ਉਹ ਤੰਦੂਰ ਹੀ ਸੀ ਜਿਹਦੀ ਇੱਥੇ ਗੱਲ ਕੀਤੀ ਗਈ ਹੈ। ਅੱਜ ਉਹਨੂੰ ਅਸੀਂ ਅਵਨ ਕਹਿ ਰਹੇ ਹਾਂ। Et voilà la galette cuite, और
ए लो जिहड़ा गलत है केक है वो तैयार हो गया, पक गया, विथ पक गया। क्वीर ਅਸੀਂ ਪਿਛਲੇ ਸਲਾਈਡ ਹੀ ਦੇਖਿਆ, क्वीर ਦਾ ਮੈਨੀ ਹੁੰਦਾ ਟੂ ਕੁਕ, ਪਕਾਣਾ, और क्वीत ਜਿਹੜਾ ਹੈ ਉਹ ਪੱਕ ਗਿਆ। Elle est trop chaude, elle est trop chaude, it is very hot। ਹੁਣ ਗਲਤ ਜਿਹੜਾ ਹੈ ਚूंकि ਉਹ ਫੈਮਿਨਿਨ ਹੈ, ਇਸ ਵਾਸਤੇ ਉਹਨੂੰ ਐਲ ਕਰਕੇ ਸੰਬੋਧਨ ਕੀਤਾ ਗਿਆ ਕਿ ਅਗਰ ਫॉर एग्जांपल ਸਾਡੇ ਕੋਲ ਹੁਣ ਅਸੀਂ ਕਹ ਰਹੇ ਹਾਂ ਕੇਕ ਹੈ, ਕੇਕ ਗਰਮ ਹੈਗਾ ਹੈ, ਅਗਰ ਉਹ ਫੈਮਿਨਿਨ ਹੁੰਦੀ ਕੋਈ ਚੀਜ਼, ਬੋਤਲ ਗਰਮ ਹੈਗੀ ਹੈ, ਤੇ ਉਸੇ ਤਰੀਕੇ ਉਹਨਾਂ ਨੇ ਉਹ ਫੈਮਿਨਿਨ ਵਿੱਚ ਲਿਆ ਹੈ, ਕੇਕ ਉਹਨਾਂ ਦੇ ਉੱਤੇ ਉਹ ਫੈਮਿਨਿਨ ਹੈ ਗਲਤ। ਤੇ ਐਲ ਏ ਥ्रो शुद्ध, इट इज वेरी हॉट, थ्रो शुद्ध, शो और शुद्ध ਅਸੀਂ पढ़ चुके हैं, गरम ਹੁੰਦਾ है, थ्रो बहुत ज्यादा, ओवर, हद तो ज्यादा, एल ए थ्रो शुद्ध, फ्री लव यू, बुढ़ा एकदम चीख के बोलिया, इट्स वेरी हॉट, इट्स टू हॉट rather। Il faut la mettre à refroidir। Il faut मैंने ਹੁੰਦਾ it is necessary to, ਜ਼ਰੂਰੀ ਹੈ ਇਹਨੂੰ ਠੰਡਾ ਕਰਨ ਰੱਖ ਦਈਏ। Il faut la mettre à refroidir। It is necessary to put it to cool down। ਉਹਨੂੰ ਠੰਡਾ ਕਰਨ ਵਾਸਤੇ ਰੱਖਣਾ ਜ਼ਰੂਰੀ ਹੈ। ਇਹ ਉਹਦੇ ਜਿਹੜੇ ਖਾਸ ਲਫ਼ਜ਼ ਹੈਗੇ ਨੇ ਸਲਾਈਡ ਦੇ। Et la vieille pose la galette sur la fenêtre। Et or and the la vieille, the old lady, पोजे, पोजे मायने होया टू पुट समवेयर, किसी चीज़ों की जगह रखना। तो जिहड़ा है उन्होंने जिहड़ा है गलत जिहड़ा है वो खिड़की ते रख दिता ठंडा करन वास्ते, खिड़की खोल के। Au bout d'un moment, au bout d'un moment, au bout de, in a while, at the end of, in a while, at the end of a moment, जिहड़ा है कुछ देर बाद कहने का मतलब है, au bout d'un moment, la galette commence à s'ennuyer। कुछ देर बाद जिहड़ा केक है commence à s'ennuyer, commence मतलब to start, s'ennuyer to bore, to get bored। ਹੁਣ ਉਹ ਜਿਹੜਾ ਹੈ ਗਲਤ ਜਿਹੜਾ ਹੈ ਇੱਥੇ ਹੁਣ ਪਰਸੋਨੀਫਿਕੇਸ਼ਨ ਸ਼ੁਰੂ ਹੋ ਗਈ, ਉਹ ਬੋਰ ਹੋਣਾ ਸ਼ੁਰੂ ਹੋ ਗਿਆ ਥੋੜੀ ਦੇਰ ਬਾਅਦ। Et tout doucement, elle se laisse glisser du rebord de la fenêtre, tout doucement, हौली हौली, बहुत हौली हौली, elle se laisse glisser, ਉਹ ਖੁਦ ਨੂੰ ਉਹਨੇ ਜਿਹੜਾ ਹੈਗਾ ਸਲਾਈਡ ਕਰ ਗਈ, ਗਲਿਸੇ ਫਿਸਲਣਾ, ਹਲਕਾ ਹਲਕਾ ਉਹਨੇ ਖੁਦ ਸਲਾਈਡ ਕਰਨਾ ਸ਼ੁਰੂ ਕੀਤਾ, ਫਿਸਲਣਾ ਸ਼ੁਰੂ ਕੀਤਾ। खिड़की ਦੀ ਜਿਹੜੀ ਕੰਡਾ ਸੀ, ਰਬੋਰ ਕੰਡਾ ਹੈ ਖਿੜਕੀ ਦਾ ਜਿਹੜਾ ਹੈ, ਉੱਥੇ ਉਹਨੇ ਖੁਦ ਤੇ ਫਿਸਲਣਾ ਸ਼ੁਰੂ ਕੀਤਾ। ਔਰ ਫਿਰ ਉਹ ਜਿਹੜਾ ਹੈ tombe dans le jardin, ਗਾਰਡਨ ਦੇ ਵਿੱਚ ਉਹ ਗਿਰ ਗਈ। और फिर et continue son chemin, और फिर वो अपना रास्ता ले लिया उन्होंने। लास्ट ਜਿਹੜੀ ਲਾਈਨ ਹੈ tout doucement, very slowly, elle se laisse glisser du rebord de la fenêtre। ਉਹ ਜਿਹੜਾ ਹੈਗਾ ਹੈ ਆਪਣੀ ਖਿੜਕੀ ਦੇ ਕੰਡੇ ਤੋਂ ਹੌਲੀ ਹੌਲੀ ਸਲਿਪ ਕਰਕੇ ਫਿਸਲ ਕੇ ਉਹ ਗਾਰਡਨ ਦੇ ਵਿੱਚ ਗਿਰੀ ਔਰ ਉੱਥੋਂ ਦੀ ਉਹਨੇ ਆਪਣਾ ਰਾਸਤਾ ਲੈ ਲਿਆ। ਤੁਸੀਂ ਦੇਖ ਰਹੇ हैं कि ਉਹ ਰਾਸਤਾ ਜੇ ਬਣਿਆ ਹੋਇਆ ਹੈ ਉਹਦੇ ਚੋਂ ਜਾ ਰਹੀ। ਰੂਲ ਗਲਤ, ਇੱਥੇ ਉਹ ਰੂਲੇ ਕਰੇਗੀ, ਗੋਲ ਗੋਲ ਘੁੰਮੇਗੀ। son chemin, ਅਖੀਰਲਾ ਜਿਹੜਾ ਲਫ਼ਜ਼ ਹੈ son chemin, chemin मतलब ਜਿਹੜਾ ਹੈ ਉਹ ਹੈ ਇੱਕ ਰਾਸਤਾ, path। Elle roule toujours plus loin। Elle roule, it rolls, basically it rolls, it continues to roll, it rolls। वो ਜਿਹੜਾ ਹੈ ਗੋਲ ਗੋਲ ਘੁੰਮਦੀ ਹੈ, ਲੁੜਕਦੀ ਹੈ, ਲੁੜਕਦਾ ਹੈ ਪੰਜਾਬੀ ਚ ਕਹਾਂਗੇ ਤੇ elle roule toujours plus loin। plus loin मतलब ਹੋਰ ਦੂਰ, toujours मतलब ਇੱਥੇ ਹੈਗਾ ਕਿ ਉਹ ਚਲੀ ਜਾ ਰਹੀ ਹੈ, ਚਲੀ ਜਾ ਰਹੀ ਹੈ, ਚਲੀ ਜਾ ਰਹੀ ਹੈ, ਚਲੀ ਜਾ ਰਿਹਾ ਕੇਕ। सॉरी फेमिनिन मैस्कुलिन, फ्रेंच च फेमिनिन है, पंजाबी च मैस्कुलिन है। ते एल रूल toujours plus loin, केक जिहड़ा है वो गोल गोल घूमी जा रहा है और अगे दूर 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 जांदा जा रहा है। ए वाला, और एकदम अचानक, ए वाला quelle rencontre un lapin, और रस्ते च ਉਹਨੂੰ ਜਿਹੜਾ है एक खरगोश ਜਿਹੜਾ है वो मिलदा है, ਉਹਦੇ ਨਾਲ मुलाकात होती है। rencontre मतलब मिलना किसी, lapin खरगोश हो गया ਤੇ ਲਾਪਾ ਨਾਲ ਉਹਦੀ ਮੁਲਾਕਾਤ ਹੁੰਦੀ।
खरगोश की कहंदा है उन्होंने galette, galette, je vais te manger, crie le lapin. खरगोश कहता है galette, galette, cake, cake, je vais te manger. Je vais te manger है future proche है जो ਅਸੀਂ ਕੀਤਾ है मेरे ख्याल 2 लेसन पहले. Je vais te manger, मैं ਤੈਨੂੰ ਖਾ ਜਾਵਾਂਗਾ. ਤੇ crie le lapin, lapin जोर ਨਾਲ ਬੋਲਦਾ. Non, dit la galette. Écoute plutôt ma petite chanson. Non, dit la galette. Galette कहती है नहीं. Galette cake कहता है नहीं. Écoute plutôt ma petite chanson. ਉਹਦੇ ਬਜਾਏ ਤੂੰ ਮੇਰਾ ਛੋਟਾ ਜਿਹਾ ਗਾਣਾ ਸੁਣ ਲੈ. ਤੇ ਜਿਹੜਾ ਖਰਗੋਸ਼ ਹੈ le lapin dresse ses longues oreilles. Le lapin dresse ses longues oreilles. ਖਰਗੋਸ਼ ਆਪਣੇ ਕੰਨ ਲੰਬੇ ਕਰਕੇ ਫਿਰ ਧਿਆਨ ਨਾਲ ਸੁਣਦਾ ਹੈ. ਅਸੀਂ ਇਹ ਜਿਹੜੇ ਸੁਣਨ ਵਾਲੀ ਜਿਹੜੀ ਹੈ ਤਸਵੀਰ ਪਿਛਲੀ ਵਾਲੀ ਸੀ ਇਹ ਦੇਖ ਰਹੇ ਤੁਸੀਂ ਕੰਨ ਉੱਚੇ ਕਰਕੇ ਉਹ ਦ੍ਰਿਸ਼ਯ ਕਰਕੇ ਉੱਚੇ ਕਰਕੇ ਉਹ ਸੁਣ ਰਿਹਾ ਹੈ. ਕੀ ਕਹਿ ਰਹੀ ਹੋ? Je suis la galette, je suis faite avec le blé, ramassée dans le grenier, on m'a mise à refroidir, mais j'ai mieux aimé courir, attrape-moi si tu peux. ਹੁਣ ਇੱਥੇ ਜਿਹੜਾ ਹੈ ਛੋਟਾ ਜਿਹਾ ਇੱਕ ਵਾਰੀ ਕਰ ਦਿੰਦੇ ਆ. ਇੱਕ ਜਿਹੜਾ ਹੈ ਦੱਸ ਰਿਹਾ ਕਿ ਕੀ ਉਹਦੇ ਨਾਲ ਵਰਤਿਆ ਗਿਆ, ਕਿਸ ਤਰੀਕੇ ਉਹਦੇ ਨਾਲ ਵਾਪਰਿਆ ਔਰ ਹੁਣ ਉਹਨੇ ਕੀ ਡਿਸਾਈਡ ਕੀਤਾ ਔਰ ਕੀ ਕਿਹਾ. Je suis la galette, I am the cake, je suis faite avec le blé ramassé. I am made, ਮੈਨੂੰ ਬਣਾਇਆ ਗਿਆ. ਕਿਹਦੇ ਨਾਲ ਬਣਾਇਆ ਗਿਆ? Avec le blé ramassé, ਕਣਕ ਜਿਹੜੀ ਇਕੱਠੀ ਕੀਤੀ ਗਈ. ਕਿੱਥੇ ਕੀਤੀ ਗਈ? Dans le grenier, ਪਰਛੱਤੀ ਵਿੱਚ. On m'a mise à refroidir, ਮੈਨੂੰ ਠੰਡਾ ਹੋਣ ਵਾਸਤੇ ਰੱਖਿਆ ਗਿਆ. ਲੇਕਿਨ ਮੇਰਾ ਦਿਲ ਜਿਹੜਾ ਹੈਗਾ ਉਹ ਨਸਣ ਤੇ ਕੀਤਾ. ਮੈਂ j'ai mieux aimé courir, ਲੇਕਿਨ ਮੈਂ ਪ੍ਰੈਫਰ ਕੀਤਾ, ਮੈਨੂੰ ਪਸੰਦ ਜ਼ਿਆਦਾ ਆਇਆ ਕਿ ਮੈਂ ਦੌੜਾਂ. attrape-moi si tu peux, ਤੂੰ ਮੈਨੂੰ ਫੜ ਸਕਦਾ ਤੇ ਫੜ ਲੈ. ਇਹ ਕਹਿ ਕੇ ਹੁਣ ਇਹ ਜਿਹੜਾ ਅਸੀਂ ਕੀਤਾ ਹੈ ਇੱਥੇ ਤੱਕ. ਹੁਣ ਇਸੇ ਦਾ ਇੱਕ ਵੀਡੀਓ ਵੀ ਆਉਂਦਾ ਹੈ ਇਸ ਚੀਜ਼ ਦੀ ਜਿਹੜੀ ਸਟੋਰੀ ਹੈ ਉਹਦਾ. ਮੈਂ ਪਹਿਲੇ ਸ਼ਾਇਦ ਉਹ ਤੁਹਾਨੂੰ ਦਿਖਾਵਾਂ ਤੇ ਮੇਰੇ ਖਿਆਲ ਨਾਲ ਬਿਹਤਰ ਰਹੇਗਾ. ਇਹ ਹੈ ਜੋ ਉਸੇ ਕਹਾਣੀ ਨੂੰ ਫਿਰ ਉਹਨਾਂ ਨੇ ਛੋਟਾ ਜਿਹਾ ਵੀਡੀਓ ਵੀ ਬਣਾਇਆ ਹੈ ਬੱਚਿਆਂ ਨੂੰ ਦਿਖਾਉਣ ਵਾਸਤੇ ਤੇ ਉਹ ਕਿਵੇਂ ਹੈ ਚੱਲਦਾ ਦੇਖੀਏ. Dans une petite maison, tout près de la forêt, vivait un vieux et une vieille. Un jour, le vieux dit à la vieille: « J'aimerais bien manger une galette. »« Je pourrais t'en faire une, » répond la vieille, « si seulement j'avais de la farine. »« On va bien en trouver un peu, » dit le vieux. « Monte au grenier, balaie le plancher, tu trouveras sûrement des grains de blé. » C'est une idée, dit la vieille, qui monte au grenier, balaie le plancher et ramasse les grains de blé. Avec les grains de blé, elle fait de la farine. Avec la farine, elle fait une galette. Et puis, elle met la galette cuire au four. Et voilà la galette cuite. « Elle est trop chaude, » crie le vieux. « Il faut la mettre à refroidir. » Et la vieille pose la galette sur la fenêtre. Au bout d'un moment, la galette commence à s'ennuyer. Tout doucement, elle se laisse glisser du rebord de la fenêtre, tombe dans le jardin et continue son chemin. Elle roule toujours plus loin. Et
Et voilà qu'elle rencontre un lapin. Galette, Galette, je vais te manger, crie le lapin. Non, dit la Galette, écoute plutôt ma petite chanson. Et le lapin dresse ses longues oreilles. Je suis la galette, je suis faite avec le blé, ramassée dans le grenier, on m'a mise à refroidir, l'ingénieuse aimait courir, attrape-moi si tu peux. Et elle se sauve si vite, qu'elle disparaît dans la forêt. ਇਹ ਹੁਣ ਤੁਸੀਂ ਦੇਖਿਆ ਹੈ ਉਹਨਾਂ ਨੇ ਛੋਟਾ ਜਿਹਾ ਵੀਡੀਓ ਵੀ ਬਣਾਇਆ ਹੈ ਬੱਚਿਆਂ ਵਾਸਤੇ ਤਾਂ ਕਿ ਬੱਚਾ ਦੇਖੇ ਇੰਟਰਸਟ ਨਾਲ ਮਿਊਜ਼ਿਕ ਨਾਲ ਹਮੇਸ਼ਾ ਉਹ ਜ਼ਿਆਦਾ ਬਿਹਤਰ ਲੱਗਦਾ ਹੈਗਾ ਤੇ ਉਹ ਉਹਨਾਂ ਨੇ ਬਣਾਇਆ ਹੋਇਆ ਵੀਡੀਓ ਜਿਹੜਾ ਅਸੀਂ ਪੂਰੇ ਦਾ ਪੂਰਾ ਅਸੀਂ ਦੇਖਾਂਗੇ ਲੇਕਿਨ ਉਹਨੂੰ ਥੋੜਾ ਸਮਝਣ ਵਾਸਤੇ ਬਿਹਤਰ ਹੈ ਅਸੀਂ ਪਹਿਲੇ ਲੈਸਨ ਪੜ੍ਹ ਲਈਏ वर्ड मीनिंग कर लिए और फिर आगे चलो। Et elle se sauve si vite qu'elle disparaît dans la forêt. And it escapes to get away. और वो जड़ा है वो उठों नस पिया si vite any तेज कि disparaît मतलब disappear होना qu'elle disparaît that it disappears कि जड़ा है वो जंगल दे विच जड़ा है वो disappear हो गया गुम गया उस तरीके नहीं मतलब गायब हो गया। Elle roule sur le sentier et voilà qu'elle rencontre le loup gris. Elle roule, वो continue कर रहा है गोल गोल घूमना to roll. Elle roule sur le sentier. Sentier again दूसरा लफ्ज है रास्ते ਨੂੰ ਕਹਿਣ ਵਾਸਤੇ ਪਹਿਲੇ ਅਸੀਂ ਕਰ ਚੁੱਕੇ ਹਾਂ chemin. Le chemin ਹੁਣ ਇੱਥੇ ਹੈਗਾ le sentier. Sentier माने भी होया रास्ता. Et voilà qu'elle rencontre le loup gris. और ਇੱਥੇ ਹੁਣ ਜਿਹੜਾ ਹੈ ਉਹਨੂੰ ਜਿਹੜਾ ਗ੍ਰੇ ਕਲਰ ਦਾ ਪੂਰੇ ਰੰਗ ਦਾ ਜਿਹੜਾ ਭੇੜੀਆ ਹੈ ਉਹ ਮਿਲਦਾ ਹੈ ਉਹਦੇ ਨਾਲ ਮੁਲਾਕਾਤ ਹੁੰਦੀ Galette, Galette, je vais te manger, dit le loup. Galette, cake, मैं ਤੈਨੂੰ ਖਾ ਜਾਵਾਂਗਾ। Galette ਕਹਿੰਦੀ है non, dit la Galette, écoute ma petite chanson. Galette ਕਹਿੰਦੀ है नहीं, écoute ma petite chanson. Listen to, सुनो मेरा, तू छोटा ਜਿਹਾ ਗਾਣਾ ਸੁਣ ਲੈ। और ਕਹਿ ਕੇ ਤੇ ਫਿਰ ਉਸਨੇ ਉਹੀਓ ਗਾਣਾ ਗਾਇਆ ਜਿਹੜਾ ਅਸੀਂ ਥੋੜੀ ਦੇਰ ਪਹਿਲੇ ਵੀਡੀਓ ਸੁਣਿਆ ਸੀ ਉਹੀਓ ਗਾਣਾ ਉਹੀਓ ਦੇ ਮਾਇਨੇ ਹੈਗੇ ਨੇ वर्ड मीनिंग्स ਤੁਸੀਂ ਕਰਦੇ ਰਹਿਣਾ है ਤਾਂ ਜ਼ਿਆਦਾ ਅੱਛਾ ਅਗਲਾ ਜਿਵੇਂ ਜਿਵੇਂ ਸਲਾਈਡ ਆਂਦੀ ਜਾਏਗੀ ਉਹ ਪੱਕਾ ਹੁੰਦਾ ਜਾਏਗਾ ਕਿਉਂਕਿ ਪਿਛਲੇ ਬੱਚੇ ਵਾਸਤੇ ਰਿਪੀਟ ਕੀਤਾ ਜਾਂਦਾ ਹੈ तो बार-बार सुनेगा तो पक्का हो जाएगा छोटा बच्चा ਜਿਹੜਾ ਹੈ ਉਹ ਬੋਲਦਾ ਹੈ ਜਿਸ ਲਈ ਕਿ ਹੈ ਪਾਣੀ ਉਹ ਪਹਿਲੀ ਵਾਰੀ ਜਿਸ ਲਈ ਸੁਣਦਾ ਹੈ ਤੁਹਾਡੇ ਕੋਲੋਂ 20 ਵਾਰੀ ਸੁਨੇਗਾ ਫਿਰ ਇੱਕ ਵਾਰੀ ਜਾ ਕੇ ਬੋਲੇ उसी तरीके तुसी भी करना है बार बार सुनना है बार बार वर्ड मीनिंग देख लेना et elle se sauve si vite que le loup ne peut la rattraper and elle se sauver si देखें se sauver मतलब to get away to escape और वो इतनी तेज si vite इतनी तेज और नस पैंदा केक ਜਿਹੜਾ है ये ਜਿਹੜਾ पेड़िया है ਉਹਨੂੰ पकड़ नहीं सकता वो ਜਿਹੜਾ है वर्ब है पुवार मतलब कुछ कर सकना वो उन्होंने नहीं फड़ सकता rattraper फड़ना to catch elle court courir मतलब दौड़ना वो दौड़ रही है केक ਜਿਹੜਾ ਹੈਗਾ है जंगल ਦੇ ਵਿੱਚ in the forest and et voilà qu'elle rencontre un goose और ਉੱਥੇ ਜਿਹੜਾ ਹੈ ਉਹਦੀ ਮੁਲਾਕਾਤ ਹੁੰਦੀ ਹੈ rencontre ਮੁਲਾਕਾਤ ਕਰਨੀ ਇੱਕ ਮੋٹے ਸਾਰੇ ਰਿਛ ਨਾਲ Galette, je vais te manger, grogne l'ours de sa grosse voix. Galette, मैं ਤੈਨੂੰ ਖਾ ਜਾਵਾਂਗਾ grogne मतलब ਜਿਹੜਾ ਹੈਗਾ ਇੱਕ ਤਰ੍ਹਾਂ ਦਾ ग्राउल करके बोलना आवाज ਜਿਹੜਾ ਹੈਗਾ है किस तरीके का होगा गले जिमें खराश होए उस तरीके बोली उस तरीके होएगा करीब ਤੇ ਉਸ ਤਰੀਕੇ ਜਿਹੜਾ ਹੈ ਮੋਟੀ ਜੀ ਆਵਾਜ਼ ਨਾਲ ਉਹ ਬੋਲਦਾ ਹੈ ਜਿਹੜਾ ਰਿਚ ਹੈਗਾ ਮੈਂ ਤੁਹਾਨੂੰ ਖਾ ਜਾਵਾਂ ਤੇ ਗਲਤ ਜਿਹੜਾ ਹੈ ਉਹ ਕਹਿੰਦਾ ਨਹੀਂ ਮੇਰਾ ਤੂੰ ਗਾਣਾ ਸੁਣ ਲੈ ਉਹਨੂੰ ਗਾਣਾ ਦੁਬਾਰਾ ਸੁਣਾਉਂਦਾ ਹੈ
ਤੇ ਉੱਥੋਂ ਨੱਸ ਪੈਂਦਾ ਫਿਰ ਦੁਬਾਰਾ। Elle se sauve si vite que l'ours ne peut la retenir। ਉਹ ਇੰਨੀ ਤੇਜ਼ ਉੱਥੋਂ ਨੱਸ ਪੈਂਦਾ ਹੈ ਕਿ ਜਿਹੜਾ ਰਿਛ ਹੈ ਉਹਨੂੰ ਫੜ ਨਹੀਂ ਸਕਦਾ, ਉਹਦੇ ਪਕੜ ਚ ਨਹੀਂ ਆਉਂਦੀ, ਉੱਥੋਂ ਉਹ ਨਿਕਲ ਜਾਂਦਾ। retenir to catch hold of, ਕਿਸੇ ਨੂੰ ਫੜ ਕੇ ਰੱਖਣਾ। ਹੁਣ ਇੱਥੇ ਆ ਗਈ ਲੂੰਬੜੀ। ਲੂੰਬੜੀ ਜਿਹੜੀ ਹੈ, ਜਿਵੇਂ ਅਸੀਂ ਸ਼ੁਰੂ ਚ ਕਿਹਾ ਸੀ, ਸ਼ਾਤਿਰ ਦਿਮਾਗ ਮੰਨੀ ਗਈ ਹੈ, ਤੇ ਉਹ ਕਿਸ ਤਰੀਕੇ ਕਰਦਾ ਹੈ ਉਹ ਦੇਖਦੇ ਹਾਂ ਉਹਦੇ ਬਾਰੇ। Elle roule encore plus loin et voilà qu'elle rencontre le renard। ਉਹ ਗੋਲ ਗੋਲ ਘੁੰਮਦੀ ਹੈ, ਲੁੜਕਦੀ ਜਾਂਦੀ ਹੈ, ਹੋਰ ਦੂਰ encore plus loin, ਹੋਰ ਜ਼ਿਆਦਾ ਦੂਰ। loin ਮਤਲਬ ਦੂਰ, plus loin ਹੋਰ ਦੂਰ, encore ਮਤਲਬ ਉਸ ਤੋਂ ਵੀ ਅੱਗੇ ਹੋਰ ਵਾਧੂ ਜਿਹੜਾ ਹੈ ਉਹ ਅੱਗੇ ਦੂਰ ਜਾਂਦੀ ਜਾ ਰਹੀ। ਇਹ voilà qu'elle rencontre le renard। ਔਰ ਉਹਨੂੰ ਉੱਥੇ ਜਿਹੜਾ ਲੂੰਬੜੀ ਹੈ ਉਹਦੇ ਨਾਲ ਉਹਦੀ ਮੁਲਾਕਾਤ ਹੋਈ। Bonjour Galette, dit le malin renard। Bonjour Galette। ਹੁਣ ਇੱਥੇ ਰਨਾਰ ਜਿਹੜਾ ਹੈ ਲੂੰਬੜੀ ਵਾਸਤੇ ਵਰਤਿਆ ਜਾਂਦਾ ਹੈ। ਉਸ ਤੋਂ ਪਹਿਲੇ ਲਿਖਿਆ ਮਾਲਾ। ਮਾਲਾ ਮਤਲਬ ਹੁੰਦਾ ਹੀ ਹੈ ਸ਼ਾਤਿਰ, ਤੇਜ਼ ਦਿਮਾਗ, ਸ਼ਾਤਿਰ। ਇੱਥੇ ਲਿਖਿਆ ਹੀ ਹੈ ਕਿ ਤੇਜ਼ ਦਿਮਾਗ ਲੂੰਬੜੀ ਜਿਹੜੀ ਹੈ ਉਹਨੂੰ ਕਹਿੰਦੀ ਹੈ Bonjour Galette, comme tu es ronde, comme tu es blonde। ਕਿਸ ਤਰੀਕੇ ਤੋਂ ਗੋਲ ਹੈਗੀ ਹੈ, ਕਿਸ ਤਰੀਕੇ ਤੋਂ ਸੁਨਹਿਰੀ ਕਲਰ ਦੀ ਹੈਗੀ ਹੈ। La Galette, toute fière, chante sa petite chanson। ਜਿਹੜਾ ਕੇਕ ਹੈ ਉਹਨੂੰ ਬੜਾ ਅੱਛਾ ਲੱਗਦਾ ਹੈ, ਉਹਨੂੰ ਜਿਹੜਾ ਹੈ ਕਮਾਂਡ ਆ ਜਾਂਦਾ ਹੈ। ਫੀਅਰ ਪ੍ਰਾਊਡ ਹੋਣਾ, ਟੁੱਟ ਫੀਅਰ ਫੈਮਿਨਿਨ ਹੈ, ਉਹਦਾ ਇਸ ਵਾਸਤੇ ਵਰਤਿਆ ਗਿਆ ਟੁੱਟ ਫੀਅਰ। ਉਹਨੂੰ ਬਹੁਤ ਕਮਾਂਡ ਆਉਂਦਾ ਹੈ, ਬਹੁਤ ਖੁਸ਼ ਹੋ ਕੇ ਉਹ ਜਿਹੜਾ ਹੈ ਆਪਣਾ ਗਾਣਾ ਗਾਉਂਦੀ, ਜਿਹੜਾ ਉਹ ਪਿੱਛੇ ਸੁਣਦੇ ਆਏ ਹਾਂ ਅਸੀਂ, ਉਹ ਗਾਣਾ ਗਾਉਂਦੀ। ਕੇਕ ਹੈ ਤੇ ਗਾਣਾ ਗਾਉਂਦਾ ਹੈ। ਇਹ pendant ce temps, ਔਰ ਇਸ ਦੌਰਾਨ, pendant ce temps, ਇਸ ਦੌਰਾਨ le renard se rapproche। ਜਿਹੜੀ ਲੂੰਬੜੀ ਹੈ ਉਹ ਉਹਦੇ ਨੇੜੇ ਹੁੰਦੀ ਚਲੀ ਜਾਂਦੀ, ਨੇੜੇ ਆਉਂਦੀ, ਹੌਲੀ ਹੌਲੀ ਅੱਗੇ ਵੱਧ ਕੇ ਉਹਦੇ ਨੇੜੇ ਆਉਂਦੀ ਜਾਂਦੀ। se rapproche, ਉਹਦੇ ਨੇੜੇ ਆ ਰਹੀ ਹੈ, ਨੇੜੇ ਆ ਰਹੀ ਹੈ। et quand il est tout près, ਔਰ ਜਿਸ ਵੇਲੇ ਉਹ ਉਹਦੇ ਬਿਲਕੁਲ ਨਜ਼ਦੀਕ ਹੈ, ਬਿਲਕੁਲ ਨਜ਼ਦੀਕ, il demande, ਉਹ ਪੁੱਛਦਾ ਹੈ ਉਹਨੂੰ est-ce que tu chantes Galette? ਤੂੰ ਕੀ ਗਾਣਾ ਗਾ ਰਹੀ ਹੈ। Je suis vieux, ਮੈਂ ਬੁੱਢਾ ਹੈਗਾ। Je suis sourd, ਮੈਨੂੰ ਸੁਣਾਈ ਵੀ ਨਹੀਂ ਦਿੰਦਾ। Je voudrais bien t'entendre, ਮੈਂ ਅੱਛੇ ਤਰੀਕੇ ਤੈਨੂੰ ਸੁਣਨਾ ਚਾਹੁੰਦਾ। Je voudrais bien t'entendre, ਮੈਂ ਤੈਨੂੰ ਅੱਛੇ ਤਰੀਕੇ ਸੁਣਨਾ ਚਾਹੁੰਦਾ। Qu'est-ce que tu chantes? ਕੀ ਗਾਣਾ ਗਾ ਰਹੀ ਹੈ, ਕੀ ਗਾਣਾ ਗਾ ਰਹੇ हैं ਕਿ pour mieux se faire entendre, ਆਪਣੀ ਆਵਾਜ਼ ਅੱਛੇ ਤਰੀਕੇ ਉਹਨੂੰ ਸੁਣਾਈ ਜਾ ਸਕੇ, ਉਹਨੂੰ ਸੁਣ ਸਕੇ। La galette saute sur le nez du renard। La galette saute, sauter मतलब जंप लगाना, छलांग लगाना। केक ਜਿਹੜਾ ਹੈ ਉਹ ਛਲਾਂਗ ਲਗਾ ਕੇ ਉਹ ਲੂੰਬੜੀ ਦੇ ਨੱਕ ਦੇ ਉੱਤੇ ਚੜ ਜਾਂਦਾ ਹੈ ਤਾਂ ਕਿ ਉਹਨੂੰ ਅੱਛੇ ਤਰੀਕੇ ਸੁਣਾਈ ਆ ਸਕੇ ਉਹਦੀ ਆਵਾਜ਼। Et de sa petite voix, elle commence, और अपनी छोटी सी प्यारी जी आवाज ਨਾਲ ਉਹ ਦੁਬਾਰਾ ਸ਼ੁਰੂ ਕਰਦਾ ਹੈ। Je suis la galette, अपना गाना ਜਿਹੜਾ ਹੈ ਉਹ ਦੁਬਾਰਾ ਸ਼ੁਰੂ ਕਰਦਾ ਹੈ ਗਾਣਾ। Mais le renard l'avait mangé, लेकिन ਉਸ ਤੋਂ ਪਹਿਲੇ ਹੀ ਜਿਹੜੀ ਲੂੰਬੜੀ ਹੈ ਉਹ ਉਹਨੂੰ ਖਾ ਜਾਂਦੀ, ਉਹਨੂੰ ਖਾ ਚੁੱਕੀ ਹੁੰਦੀ। l'avait mangé, ਉਸ ਤੋਂ ਪਹਿਲੇ ਕਿ ਉਹ ਸ਼ੁਰੂ ਵੀ ਕਰੇ ਆਪਣਾ ਗਾਣਾ, ਉਸੇ ਵੇਲੇ ਜਿਹੜਾ ਹੈ ਲੂੰਬੜੀ ਉਹਨੂੰ ਖਾ ਵੀ ਚੁੱਕੀ ਹੁੰਦੀ। ਅਸੀਂ ਫਿਰ ਦੁਬਾਰਾ ਦੇਖ ਲੈਂਦੇ ਹਾਂ ਪੂਰੇ ਦਾ ਪੂਰੇ ਨੂੰ। Dans une petite maison, tout près de la forêt, vivait un vieux et une vieille. Un jour, le vieux dit à la vieille: J'aimerais bien manger une galette. Je pourrais t'en faire une, répond la vieille, si seulement j'avais de la farine. On va bien en trouver un peu, dit le vieux.
Monte au grenier, balaye le plancher, tu trouveras sûrement des grains de blé. C'est une idée, dit la vieille, qui monte au grenier, balaye le plancher et ramasse les grains de blé. Avec les grains de blé, elle fait de la farine. Avec la farine, elle fait une galette. Et puis, elle met la galette cuire au four. Et voilà la galette cuite. Elle est trop chaude, crie le vieux. Il faut la mettre à refroidir. Et la vieille pose la galette sur la fenêtre. Au bout d'un moment, la galette commence à s'ennuyer. Tout doucement, elle se laisse glisser du rebord de la fenêtre, tombe dans le jardin et continue son chemin. Elle roule toujours plus loin. Et voilà qu'elle rencontre un lapin. Galette, galette, je vais te manger, crie le lapin. Non, dit la galette, écoute plutôt ma petite chanson. Et le lapin dresse ses longues oreilles. Je suis la galette, je suis faite avec le blé, ramassée dans le grenier, on m'a mise à refroidir, mais j'ai mieux aimé courir, attrape-moi si tu peux. Et elle se sauve si vite, qu'elle disparaît dans la forêt. Elle roule dans le sentier, et voilà qu'elle rencontre le loup gris. Galette, galette, je vais te manger, dit le loup. Non, dit la galette, écoute plutôt ma petite chanson. Je suis la galette, je suis faite avec le blé, ramassée dans le grenier, on m'a mise à refroidir, mais j'ai mieux aimé courir, attrape-moi si tu peux. Et elle se sauve si vite, que le loup ne peut la rattraper. Elle court dans la forêt, et voilà qu'elle rencontre un gros ours. Galette, galette, je vais te manger, grogne l'ours de sa grosse voix. Non, dit la galette, écoute plutôt ma chanson. Je suis la galette, je suis faite avec le blé, ramassée dans le grenier, on m'a mise à refroidir, mais j'ai mieux aimé courir, attrape-moi si tu peux. Et elle se sauve si vite, que l'ours ne peut la retenir. Elle roule encore plus loin, et voilà qu'elle rencontre le renard. Bonjour, galette, dit le malin renard. Comme tu es ronde, comme tu es blonde. La galette, toute fière, chante sa petite chanson. Et pendant ce temps, le renard se rapproche. Et quand il est tout près, il demande: qu'est-ce que tu chantes, galette? Je suis vieux, je suis sourd, je voudrais bien t'entendre. Qu'est-ce que tu chantes? Pour mieux se faire entendre, la galette saute sur le nez du renard. Et de sa petite voix, elle commence. Je suis la galette, je suis faite avec le... Mais, le renard l'avait mangé. उम्मीद है छोटा जिहा पाठ ਤੁਹਾਨੂੰ ਪਸੰਦ ਆਏਗਾ। ਕਹਾਣੀ ਤੁਸੀਂ 2-4 ਵਾਰੀ ਅੱਛੇ ਤਰੀਕੇ ਦੇਖੋਗੇ, ਸੁਣੋਗੇ,
ਜਿਹੜੇ ਇਹਦੇ ਲਫ਼ਜ਼ ਨੇ, ਵਰਡ ਮੀਨਿੰਗ ਨੇ, ਜਿਹੜੇ ਵਰਬ ਯੂਜ਼ ਹੋਏ, ਉਹ ਤੁਸੀਂ ਸਿੱਖ ਸਕੋਗੇ ਇਸ ਪਾਠ ਰਾਹੀਂ। ਜਿਵੇਂ ਛੋਟਾ ਬੱਚਾ ਸਿੱਖਦਾ, ਮੈਂ ਕਿਹਾ ਸੀ ਤੁਸੀਂ 20 ਵਾਰੀ ਦੇਖੋਗੇ ਤਾਂ ਇੱਕ ਵਾਰੀ ਤੁਹਾਨੂੰ ਪੱਕਾ ਹੋਏਗਾ। ਉਮੀਦ ਹੈ ਤੁਸੀਂ ਕਰ ਸਕੋ। ਅਗਰ ਪਸੰਦ ਆਏ ਆਪਣੇ ਦੋਸਤਾਂ ਨਾਲ, ਆਪਣੇ ਹੋਰ ਸੱਜਣਾ ਨਾਲ ਜ਼ਰੂਰ ਸ਼ੇਅਰ ਕਰੋ। ਆਪ ਜੀ ਦੇ ਕੰਮ ਆਏ, ਹੋਰਾਂ ਦੇ ਕੰਮ ਆਏ, ਇਹੀ ਉਮੀਦ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ